ਸੋਰਠ ਮਹੱਲਾ ਪੰਜਵਾ। ਗੁਰਪੂਰੇ ਚਰਣੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਗੁਰਪੂਰੈ ਚਰਣੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੋਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ ਰਹਾਉ। ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾ ਰੇ ਨਾਰਾ। ਪਾਤਿਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਿਤਪਾਲਾ, ਸਾਧ ਜੀ ਸੰਗ ਰਖਵਾਲਾ। ਹਰ ਦਿਨ ਰੈਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿਨਹੀ ਜਾਤਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿਨਹੀ ਜਾਤਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਪਰ ਉਪਕਾਰੀ। ਆਓ ਗੁਰੂ ਰੂਪ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਮਹਿਰਮਤ ਕੀਤੀ ਹੈ। ਅੰਮ੍ਰਿਤ ਵੇਲੇ ਦਿਆਂ ਦੀਵਾਨਾਂ ਵਿੱਚ ਸਜ ਕੇ ਗੁਰਬਾਣੀ ਕੀਰਤਨ ਦਾ, ਸਤਿਗੁਰਾਂ ਦੀ ਨਿੱਘੀ ਮਿੱਠੀ ਗੋਦ ਦਾ ਆਨੰਦ ਮਾਣਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ
ਜਿੱਥੇ ਅੰਮ੍ਰਿਤ ਵੇਲੇ ਦਾ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਉਥੇ ਅੱਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਅੱਜ ਦੇ ਦਿਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਕੀ ਵਡਾਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਛੇਹਰਟਾ ਸਾਹਿਬ, ਜਿੱਥੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਛੇਹਰਟਾਂ ਵਾਲਾ ਖੂਹ ਲਵਾਇਆ, ਉਸ ਜਗ੍ਹਾ ਦੇ ਉੱਤੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਘਰ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਘਰ ਜਗਤ ਮਾਤਾ ਮਾਤਾ ਗੰਗਾ ਜੀ ਦੀ ਕੁੱਖੋਂ ਸੰਸਾਰ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਉਣਾ ਹੋਇਆ। ਐਸੇ ਦਿਆਲੂ ਔਰ ਕਿਰਪਾਲੂ ਸਤਿਗੁਰੂ ਜਿਨ੍ਹਾਂ ਨੇ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਸ਼ ਕੀਤਾ, ਜਿਨ੍ਹਾਂ ਨੇ ਭਗਤੀ ਔਰ ਸ਼ਕਤੀ ਦਾ ਸੁਮੇਲ ਸੱਚਖੰਡ ਸਤਿਗੁਰੂ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ ਔਰ ਸਿੱਖਾਂ ਨੂੰ ਸੁਤੰਤਰ ਰਹਿਣ ਦਾ, ਆਪਣੇ ਹੱਕਾਂ ਦੀ ਆਪ ਰਾਖੀ ਕਰਨ ਦਾ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸੰਕਲਪ ਦਿੱਤਾ। ਐਸੇ ਦਿਆਲੂ ਔਰ ਕਿਰਪਾਲੂ ਸਤਿਗੁਰੂ ਜੀ ਦਾ ਅੱਜ ਜਿੱਥੇ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਆਓ ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ, ਨਾਨਕ ਨਾਮ ਲੇਵਾ ਸੰਗਤਾਂ ਨੂੰ, ਜਿੱਥੋਂ ਤੱਕ ਬੈਠ ਕਰਕੇ ਆਪ ਜੀ ਗੁਰਬਾਣੀ ਸ਼ਬਦ ਦੀ ਵਿਚਾਰ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਸਰਵਣ ਕਰ ਰਹੇ ਹੋ, ਸਰਬੱਤ ਨੂੰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖਾਂ 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 ਵਧਾਈਆਂ। ਆਓ ਸਾਰੇ ਗੁਰੂ ਚਰਨਾਂ ਵਿੱਚ ਆਪੋ ਆਪਣੀ ਹਾਜ਼ਰੀ ਲਵਾਈਏ। ਜੋ ਅੱਜ ਦੀ ਵਿਚਾਰ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਹੁਕਮਨਾਮਾ ਸਾਹਿਬ ਦੀ ਸਤਿਗੁਰੂ ਜੀ ਨੇ ਮੋਹਰ ਲਗਾਈ ਹੈ, ਆਓ ਉਹਦੇ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਜੁੜ ਬੈਠੇ ਆ। ਸਤਿਗੁਰੂ ਜੀ ਕਿਰਪਾ ਕਰਨ, ਵਿਚਾਰ ਕਰਨ ਦੀ ਸਮਤ ਬਖਸ਼ਿਸ਼ ਕਰਨ। ਆਪ ਸਤਿਗੁਰੂ ਜੀ ਆਪਣਾ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਜੋ ਆਪਣੀ ਸੇਵਾ ਲੈਣ, ਆਓ ਸਾਰੇ ਰਲ ਮਿਲ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਉਚਾਰਨ ਕਰੀਏ ਜੀ ਸਤਨਾਮ ਸ਼੍ਰੀ ਸਭ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਰਾਗ ਸੋਰਠ ਹੈ। ਮਹੱਲਾ ਪੰਜਵਾ ਤੋਂ ਭਾਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਨੇ ਸਤਿਗੁਰੂ ਜੀ ਦੇ ਅਪਾਰ ਬਖਸ਼ਿਸ਼ ਦਾ ਸਦਕਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਸ ਪਾਵਨ ਹੁਕਮਨਾਮਾ ਸਾਹਿਬ ਨੂੰ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ। ਔਰ ਸਾਹਿਬ ਜੀ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁੱਖ ਅੰਗ 623 ਔਰ 624 ਉੱਪਰ ਇਹ ਪਾਵਨ ਸ਼੍ਰੀ ਹੁਕਮਨਾਮਾ ਸਾਹਿਬ ਸੁਸ਼ੋਭਤ ਹੈ ਜੀ। ਆਓ ਜੋ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਪੂਰਨ ਗੁਰੂ ਦੇ ਪ੍ਰਥਾਏ ਉਪਦੇਸ਼ ਬਖਸ਼ਿਸ਼ ਕੀਤਾ ਕਿ ਪੂਰਾ ਗੁਰੂ ਕਿਸ ਤਰ੍ਹਾਂ ਆਪਣੇ ਸਿੱਖ ਨੂੰ, ਜਿਹੜਾ ਕਿ ਸੰਸਾਰ ਦੇ ਵਿੱਚ ਸਤਿਗੁਰੂ ਬਖਸ਼ਿਸ਼ਾਂ ਕਰਦਾ ਹੈ, ਆ ਸੰਸਾਰ ਤੋਂ ਤਾਰ ਕਰਕੇ ਇਸ ਭੌਜਲ ਤੋਂ ਵੀ ਜਿਹੜਾ ਅਗਾਂਹ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਾ ਜੀ ਨਾਲ ਸਮਾਰੈ। ਜਿਵੇਂ ਗੁਰੂ ਆਪਣੇ ਸਿੱਖ ਦਾ ਲੋਕ ਔਰ ਪਰਲੋਕ ਸਵਾਰਦਾ। ਆਓ ਉਹ ਜੋ ਵਿਚਾਰ ਸਤਿਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਸਾਰੇ ਸਰਵਣ ਕਰੀਏ ਜੀ। ਗੁਰਪੂਰੈ ਚਰਣੀ ਲਾਇਆ, ਹਰ ਸੰਗ ਸਹਾਈ ਪਾਇਆ। ਜਿਨ੍ਹਾਂ ਨੂੰ ਪੂਰੇ ਗੁਰੂ ਨੇ ਆਪਣੇ ਚਰਨਾਂ ਦੇ ਨਾਲ ਲਾਇਆ ਹੈ, ਹਰ ਸੰਗ ਸਹਾਈ ਪਾਇਆ, ਫਿਰ ਉਹਨਾਂ ਨੇ
ਉਸ ਪੂਰੇ ਸਤਿਗੁਰੂ ਨੂੰ ਆਪਣੇ ਸੰਗ ਆਪਣੇ ਸਦਾ ਵਾਸਤੇ ਸਹਾਈ ਪਾਇਆ ਹੈ। ਉਹ ਕਹਿੰਦੇ ਹਨ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਕਰ ਕਿਰਪਾ ਪ੍ਰੀਤਮ ਪ੍ਰਭ, ਆਪਣੇ ਨਾਮ ਜਪੋ ਹਰ ਰੰਗ। ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੈ ਕਰਾਵੈ, ਸੁਆਮੀ ਸਾ ਮਸਲਤ ਪਰਵਾਹ। ਬਸ ਫਿਰ ਉਹ ਪੂਰੇ ਗੁਰੂ ਦੀ ਕਿਰਪਾ ਦਾ ਸਦਕਾ, ਜਿਹੜਾ ਜਦੋਂ ਪੂਰਾ ਗੁਰੂ ਆਪਣੇ ਚਰਨਾਂ ਦੇ ਨਾਲ ਸਿੱਖ ਨੂੰ ਲਾਉਂਦਾ ਹੈ, ਤਾਂ ਫਿਰ ਜਿਹੜਾ ਉਹ ਅਕਾਲ ਪੁਰਖ ਦੀ ਹੋਂਦ ਨੂੰ ਸਦਾ ਵਾਸਤੇ ਆਪਣੇ ਅੰਗ ਸੰਗ ਸਹਾਈ ਪਾਉਣਾ ਕਰਦਾ ਹੈ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਫਿਰ ਉਹ ਆਪਣੇ ਸਦਾ ਵਾਸਤੇ ਜਿਹੜਾ ਹੈ ਸੰਗ ਔਰ ਸਹਾਈ ਜਿਹੜਾ ਹੈ ਉਹ ਗੁਰੂ ਕਾ ਸਿੱਖ ਹੈ, ਉਸ ਕਰਤੇ ਪੁਰਖ ਨੂੰ ਪਾਉਣਾ ਕਰਦਾ ਹੈ। ਜਿਹ ਜਾਈਏ ਤਾਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮਿਲੇ। ਹੁਣ ਜਿੱਥੇ ਜਾਂਦਾ ਗੁਰੂ ਕਾ ਸਿੱਖ ਜੈ ਜਾਈਐ ਤਹਾਂ ਸੁਹੇਲੇ, ਫਿਰ ਉਹ ਜਿਹੜਾ ਪੂਰਾ ਸਤਿਗੁਰੂ ਹੈ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ। ਉਹ ਤਾਂ ਕਹਿੰਦਾ ਹੈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣਹਾਰ ਜੀ। ਕਿ ਸਤਿਗੁਰੂ ਜੀ, ਮੈਂ ਜਿੱਥੇ ਜਾਂਦਾ ਹਾਂ ਤਿੱਥੇ ਦੇਖਦਾ ਹਾਂ ਬਸ ਤੇਰਾ ਹੀ ਰੂਪ ਸਭਨਾ ਪਾਸੇ ਨਜ਼ਰ ਆਉਂਦਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਤਾਂ ਬਸ ਉਹ ਪੂਰੇ ਗੁਰੂ ਦੇ ਸਿਮਰਨ ਦੇ ਨਾਲ ਜੁੜ ਕਰਕੇ ਰਹਿਣਾ ਕਰਦਾ ਹੈ। ਜਿੱਥੇ ਜਾਂਦਾ ਹੈ ਉੱਥੇ ਹੀ ਉਸ ਪੂਰੇ ਗੁਰੂ ਨੂੰ ਆਪਣੇ ਸੰਗ ਸਹਾਈ ਪਾਉਂਦਾ ਹੈ। ਤੇ ਪੂਰਾ ਸਤਿਗੁਰੂ ਵੀ ਫਿਰ ਜਿਹੜਾ ਆਪਣੇ ਸਿੱਖ ਦੇ ਹਲਤ ਪਲਤ ਨੂੰ ਸਵਾਰਨਾ ਕਰਦਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਘਰ ਜਿਸ ਸਮੇਂ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਆਉਣਾ ਹੋਇਆ, ਤੇ ਇਸ ਗੱਲ ਦੀ ਜਿਹੜੀ ਹੈ ਕਿ ਭਿਣਕ ਲੱਗੀ ਜਦੋਂ ਬਾਬਾ ਪਿਰਥੀ ਚੰਦ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਨੂੰ, ਤੇ ਉਹਨੇ ਇਸ ਗੱਲ ਦਾ ਬੜਾ ਦੁੱਖ ਮਨਾਇਆ, ਕਿਉਂਕਿ ਉਹ ਚਾਹੁੰਦਾ ਸੀ ਕਿ ਮੇਰਾ ਪੁੱਤਰ ਮਿਹਰਬਾਨ ਹੈ, ਉਹ ਗੁਰਗੱਦੀ ਦਾ ਮਾਲਕ ਬਣੇ। ਮੈਨੂੰ ਤਾਂ ਗੁਰਗੱਦੀ ਜਿਹੜੀ ਨਹੀਂ ਮਿਲੀ, ਮੈਂ ਤਾਂ ਇਸ ਸੁੱਖ ਨੂੰ ਨਹੀਂ ਪਾ ਸਕਿਆ, ਪਰ ਮੇਰਾ ਪੁੱਤਰ ਹੈ। ਪਿੱਛੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਕਈ ਸਾਲ ਵਿਆਹ ਨੂੰ ਲੰਘ ਚੁੱਕੇ ਸਨ, ਕੋਈ ਵੀ ਔਲਾਦ ਦੀ ਪ੍ਰਾਪਤੀ ਨਹੀਂ ਸੀ ਹੋਈ। ਤੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਘਰ ਜਦੋਂ ਸਾਹਿਬਜ਼ਾਦੇ ਦਾ ਆਉਣਾ ਹੋਇਆ, ਤੇ ਮਿਹਰਬਾਨ ਦੀਆਂ ਜਿਹੜੀਆਂ ਆਸਾਂ ਦੇ ਉੱਤੇ ਪਿਰਥੀ ਚੰਦ ਦੀਆਂ, ਬਾਬਾ ਪਿਰਥੀ ਚੰਦ ਜੀ ਦੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ। ਤੇ ਬਸ ਫਿਰ ਜਿਹੜੀ ਵਿਰੋਧਤਾ ਸੀ, ਜਿਹੜੀ ਮਨ ਦੇ ਵਿੱਚ ਈਰਖਾ ਦੀ ਭਾਵਨਾ ਸੀ, ਉਹ ਹੋਰ ਵੀ ਵੱਧ ਗਈ। ਸਾਹਿਬਜ਼ਾਦੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਬੜੇ ਯਤਨ ਕੀਤੇ। ਦਾਈ ਦੇ ਦੁੱਧਾਂ ਨੂੰ ਜ਼ਹਿਰ ਲਾ ਕਰਕੇ ਜਿਹੜਾ ਭੇਜਿਆ ਗਿਆ ਬਾਬੇ ਪਿਰਥੀ ਚੰਦ ਵੱਲੋਂ, ਪਰ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਜੈ ਜਾਈਐ ਤਹਾਂ ਸੁਹੇਲੇ। ਫਿਰ ਜਿੱਥੇ ਗੁਰੂ ਕਾ ਸਿੱਖ ਜਾਣਾ ਕਰਦਾ, ਗੁਰੂ ਉਹਦੇ ਉਹ ਸਹਾਈ ਹੋ ਜਾਣਾ ਕਰਦਾ। ਤੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਜਿਸ ਵੇਲੇ ਮਾਰਨ ਵਾਸਤੇ ਦਾਈ ਆਪਣੇ ਥਣਾ ਨੂੰ ਜ਼ਹਿਰ ਲਗਾ ਕੇ ਆਈ, ਤੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਜਿਹੜਾ ਆਪਣਾ ਦੁੱਧ ਪਿਲਾਉਣ ਲੱਗੀ, ਤੇ ਮਹਾਰਾਜ ਜੀ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬਾਲ ਅਵਸਥਾ ਹੈ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਤੇ ਜਦੋਂ ਰੌਲਾ ਪਾਉਂਦਿਆਂ ਸਾਹਿਬਜ਼ਾਦੇ ਨੂੰ ਦੇਖਿਆ ਗਿਆ, ਦਾਈ ਧੱਕੇ ਦੇ ਨਾਲ ਦੁੱਧ ਪਿਲਾਵੇ, ਸਾਹਿਬਜ਼ਾਦਾ ਪੀਵੇ ਨਾ, ਤੇ ਬਸ ਉਸ ਸਮੇਂ ਰੌਲਾ ਪੈ ਗਿਆ। ਤੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਅੰਗ ਸੰਗ ਸਹਾਈ ਹੋ ਕੇ ਉਹ ਸੱਚਾ ਸਤਿਗੁਰੂ ਵਰਤਿਆ। ਉਹ ਜਿਹੜੀ ਦਾਈ ਸੀ ਉਹਨੂੰ ਆਓ ਜਿਹੜਾ ਉਹਦੇ ਥਣਾ ਨੂੰ ਦੁੱਧ ਲੱਗਿਆ ਸੀ, ਜਿਹੜਾ ਥਣਾ ਨੂੰ ਜ਼ਹਿਰ ਲੱਗਿਆ ਸੀ, ਉਹ ਜ਼ਹਿਰ ਉਹਨੂੰ ਚੜਨ ਦੇ ਨਾਲ ਉਹ ਦਾਈ ਦੀ ਮੌਤ ਹੋ ਗਈ। ਇੱਥੇ ਵਸ ਨਹੀਂ, ਖੜਾਵੇ ਨੂੰ ਇੱਕ ਨੂੰ ਭੇਜਿਆ ਗਿਆ ਸਾਹਿਬਜ਼ਾਦਾ ਜੀ ਨੂੰ ਖਤਮ ਕਰਨ ਵਾਸਤੇ। ਉਹਨੂੰ ਜਿਹੜਾ ਲਾਲਚ ਦਿੱਤਾ ਗਿਆ, ਜੋ ਸਾਹਿਬਜ਼ਾਦਾ ਜੀ ਨੂੰ ਖੜਾਉਣਾ ਕਰਦਾ ਸੀ, ਸਾਹਿਬਜ਼ਾਦਾ ਜੀ ਦੀ ਪ੍ਰਤਪਾਲਨਾ ਕਰਦਾ ਸੀ, ਉਹ ਖੜਾਵੇ ਨੇ ਜਿਹੜਾ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਸਾਹਿਬਜ਼ਾਦਾ ਜੀ ਨੂੰ ਛਕਾਉਣ ਦੇ ਵਾਸਤੇ ਯਤਨ ਕੀਤਾ, ਪਰ ਜਿਹਦਾ ਸਹਾਈ ਉਹ ਪੂਰਾ ਸਤਿਗੁਰੂ ਹੋ ਗਿਆ, ਉਹਦਾ ਕੋਈ ਵੀ ਵਿਗਾੜ ਨਾ ਸਕਿਆ। ਵਿੱਚ ਕਰਤਾ ਪੁਰਖ ਖਲੋਇਆ, ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਆਂਦਾ ਰਾਸੇ ਜਪ, ਹਰ ਹਰ ਕਿਲ ਵੇਖਣਾ ਸੀ।
ਬਾਬਾ ਪਿਰਥੀ ਚੰਦ ਨੇ ਸਪੇਰਿਆਂ ਤੋਂ ਜਿਹੜੇ ਸੱਪ ਵੀ ਛਡਵਾਏ, ਸਾਧ ਸਾਹਿਬਜ਼ਾਦਾ ਜੀ ਨੂੰ ਜਿਹੜਾ ਮਾਰਨ ਦੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ, ਪਰ ਸਾਰੀਆਂ ਆਸਾਂ ਤੇ ਸਾਰੀਆਂ ਉਮੀਦਾਂ ਦੇ ਉੱਤੇ ਬਾਬਾ ਪਿਰਥੀ ਚੰਦ ਦੇ ਉੱਤੇ ਪਾਣੀ ਫਿਰ ਜਾਇਆ ਕਰਦਾ। ਅਖੀਰ ਨੂੰ ਨਿਰਾਸ਼ਤਾ ਝੱਲਣੀ ਪੈਂਦੀ। ਅਖੀਰ ਨੂੰ ਪਤਾ ਸਭ ਕੁਝ ਜਿਹੜਾ ਪਾਪ ਦਾ ਜਿਹੜਾ ਪਰਦਾ ਸੀ ਉਹ ਉੱਗਾ ਹੋ ਕੇ ਅੱਗੇ ਆਣ ਖਲੋਂਦਾ ਸੀ, ਤੇ ਜਿਹੜੀ ਬਾਬਾ ਪਿਰਥੀ ਚੰਦ ਨੂੰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪੈਂਦਾ ਸੀ। ਕਹਿਣ ਤੋਂ ਭਾਵ ਸਾਹਿਬ ਜੀ ਸਮਝਾ ਰਹੇ ਹਨ, ਜਹ ਜਾਈਐ ਤਹਾਂ ਸੁਹੇਲੇ, ਜਿੱਥੇ ਫਿਰ ਗੁਰੂ ਕਾ ਸਿੱਖ ਜਾਣਾ ਕਰਦਾ ਤਹਾਂ ਸੁਹੇਲੇ, ਉਹ ਜਿਹੜਾ ਪੂਰਾ ਗੁਰੂ ਹੈ ਆਪਣੇ ਸਿੱਖ ਦਾ, ਜਿਹੜਾ ਕਿ ਉੱਥੇ ਜਾ ਕੇ ਸੁਹੇਲੇ ਤੋਂ ਭਾਵ ਉਹਦੇ ਸਹਾਈ ਹੋਣਾ ਕਰਦਾ ਹੈ। ਕਰ ਕਿਰਪਾ ਪ੍ਰਭ ਮੇਲੇ, ਪਰ ਉਹ ਜਿਹੜਾ ਪੂਰਾ ਗੁਰੂ ਹੈ ਕਿਰਪਾ ਕਰਕੇ ਜੇ ਐਸੇ ਸਤਿਗੁਰੂ ਦਾ ਮਿਲਾਪ ਕਰਾ ਦੇਵੇ ਤਾਂ ਹੀ ਹੋ ਸਕਦਾ ਹੈ। ਹਰ ਗੁਣ ਗਾਵੋ ਸਦਾ ਸੁਖਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ। ਸਾਹਿਬ ਜੀ ਸਮਝਾਉਣਾ ਕਰਦੇ ਨੇ, ਹਰ ਗੁਣ ਗਾਵੋ ਸਦਾ ਸੁਭਾਈ। ਐ ਮੇਰੇ ਭਾਈ, ਐ ਮੇਰੇ ਮਿੱਤਰ, ਸਦਾ ਵਾਸਤੇ ਉਸ ਪੂਰੇ ਗੁਰੂ ਦੇ ਗੁਣਾਂ ਦਾ ਗਾਇਨ ਕਰਨਾ ਕਰ। ਮਨ ਚੰਦੇ ਸਗਲੇ ਫਲ ਪਾਵੋ, ਮਨ ਇੱਛੀਆਂ ਜਿਹੜੀਆਂ ਤੂੰ ਵਸਤੂਆਂ ਦੀ ਲੋੜਨਾ ਚਾਹੁੰਦਾ ਹੈ ਨਾ, ਕਿ ਮੈਨੂੰ ਇਸ ਵਸਤੂ ਦੀ ਪ੍ਰਾਪਤੀ ਹੋ ਜਾਵੇ, ਇਸ ਸ਼ੈ ਦੀ ਪ੍ਰਾਪਤੀ ਹੋ ਜਾਵੇ, ਇਸ ਸੁੱਖ ਦੀ ਪ੍ਰਾਪਤੀ ਹੋ ਜਾਵੇ, ਤੇ ਜੇ ਉਸ ਕਰਤੇ ਪੁਰਖ ਦੇ ਗੁਣਾਂ ਨਾਲ ਜੁੜੇਗਾ, ਉਹਦੀ ਉਸਤਤੀ ਦੇ ਨਾਲ ਜੁੜੇਗਾ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਵਾਹੇ, ਸਾਈ ਕਾਰ ਕਮਾਵਣੀ ਧੁਰ ਛੋਡੀ ਤਿੰਨੈ ਪਾਏ, ਨਾਨਕੇ ਕੀ ਬਾਖਰੀ ਹੁਰ ਦੂਜੀ ਨਾਹੀ ਜਾਏ, ਸੋ ਕਰੈ ਜੇ ਤਿਸੈ ਰਜਾਏ। ਬਸ ਜਦੋਂ ਉਹ ਪੂਰੇ ਗੁਰੂ ਦੇ ਗੁਣਾਂ ਦੇ ਨਾਲ ਜੁੜਦਾ, ਉਹਦੇ ਗੁਣਾਂ ਨੂੰ ਸਦਾ ਵਾਸਤੇ ਗੁਰੂ ਕਾ ਸਿੱਖ ਗਾਉਂਦਾ ਹੈ, ਜੀਵ ਗਾਉਂਦਾ ਹੈ, ਤਾਂ ਮਨ ਚਿੰਦੇ ਸਗਲੇ ਫਲ ਪਾਵੇ। ਜਿਹੜੀਆਂ ਮਨ ਦੀਆਂ ਭਾਵਨਾਵਾਂ ਨੇ, ਮਨ ਦੇ ਵਿੱਚ ਲੈ ਕਰਕੇ ਜਿਹੜਾ ਗੁਰੂ ਚਰਨਾਂ ਦੇ ਵਿੱਚ ਆਉਂਦਾ ਹੈ, ਤੇ ਫਿਰ ਸਤਿਗੁਰੂ ਜੀ ਉਹ ਫਲ ਦੀ ਜਿਹੜੀ ਹੈ ਪ੍ਰਾਪਤੀ, ਉਹ ਫਲ ਦੀ ਬਖਸ਼ਿਸ਼ ਕਰਦੇ ਹਨ, ਤੇ ਪੂਰਾ ਸਤਿਗੁਰੂ ਜੀ ਦੇ ਸੰਗ ਸਹਾਈ ਹੋਣਾ ਕਰਦਾ ਹੈ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੇ ਸਮਝਾਉਣਾ ਕਰਦੇ ਹਨ, ਨਾਰਾਇਣ ਪ੍ਰਾਨ ਆਧਾਰਾ, ਹਮ ਸੰਤ ਜਨਾ ਰੇ ਨਾਰਾ। ਐ ਭਾਈ ਜਿਹੜਾ ਉਹ ਨਾਰਾਇਣ ਹੈ, ਪੂਰਾ ਸਤਿਗੁਰੂ ਹੈ, ਨਾਰਾਇਣ ਪ੍ਰਾਣ ਆਧਾਰਾ, ਫਿਰ ਪ੍ਰਾਣਾਂ ਦਾ ਆਸਰਾ, ਸਵਾਸਾਂ ਦਾ ਆਸਰਾ ਉਹ ਬਣ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਹਮ ਸੰਤ ਜਨਾ ਰੇ ਨਾਰਾ, ਤੇ ਮੈਂ ਐਸੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਰੇਣ ਭਾਵ ਕੇ ਧੂੜੀ ਬਣਨਾ ਚਾਹੁੰਦਾ ਹਾਂ। ਪਤਿਤ ਉਪਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਫਿਰ ਜਿਹੜੇ ਉਹ ਰੱਬ ਦੇ ਪਿਆਰੇ ਨਾਮ ਜਪਣਾ ਕਰਦੇ ਨੇ, ਮਹਾਪੁਰਸ਼ ਸੰਤ ਨੇ ਜਿਹੜੇ, ਹਮ ਸੰਤ ਜਨਾ ਰੇ ਨਾਰਾ, ਉਹਨਾਂ ਦੀ ਵਡਿਆਈ ਕਰਦਿਆਂ ਸਤਿਗੁਰੂ ਜੀ ਦੱਸਦੇ ਨੇ, ਪਤਿਤ ਪੁਨੀਤ ਕਰ ਲੀਨੇ, ਜਿਹੜੇ ਪਾਪੀ ਨੇ, ਜਿਹੜੇ ਪਾਪਾਂ ਦੀ ਮੈਲ ਨਾਲ ਭਰੇ ਪਏ ਨੇ, ਤੇ ਪੁਨੀਤ ਕਰ ਲੀਨੇ, ਉਹਨਾਂ ਨੂੰ ਉਹ ਪੂਰਾ ਗੁਰੂ ਪਵਿੱਤਰ ਕਰ ਦਿੰਦਾ, ਨਾਮ ਦੀ ਦਾਤ ਦਿੰਦਾ। ਕਰ ਕਿਰਪਾ ਹਰ ਜਸ ਦੀਨੇ, ਆਪਣੀ ਕਿਰਪਾ ਕਰਕੇ ਜਿਹੜਾ ਹੈ ਕਿ ਉਹ ਨਾਮ ਦਾ ਰੰਗ ਦੇ ਕਰਕੇ ਜਿਹੜਾ ਉਹਨਾਂ ਨੂੰ ਮਾੜਿਆਂ ਤੋਂ, ਉਹਨਾਂ ਦੇ ਪਾਪਾਂ ਤੋਂ ਉਹਨਾਂ ਦੀ ਨਿਰਵਿਰਤੀ ਕਰ ਦਿੰਦਾ ਹੈ। ਜਪਜੀ ਸਾਹਿਬ ਦੀ ਬਾਣੀ ਵਿੱਚ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੁਪੈ ਨਾਵੈ ਕੈ ਰੰਗ। ਆ ਜਿਹੜੀ ਮੱਤ ਹੈ, ਜੀਵ ਪਾਪਾਂ ਦੇ ਨਾਲ ਭਰ ਲੈਂਦਾ, ਪਰ ਨਾਮ ਜਪਣ ਦੇ ਨਾਲ ਜਦੋਂ ਹੌਲੀ ਹੌਲੀ, ਜਿਸ ਤਰ੍ਹਾਂ ਸਾਬਣ ਲਾ ਕੇ ਆਪਾਂ ਕੱਪੜਾ ਸਾਫ਼ ਕਰਦੇ ਹਾਂ, ਇਸੇ ਤਰ੍ਹਾਂ ਜਦੋਂ ਹੌਲੀ ਹੌਲੀ ਨਾਮ ਜਪਦੇ ਆ, ਤੇ ਜਿਹੜੀ ਮਨ ਦੀ ਵਿਕਾਰਾਂ ਦੀ ਮੈਲ ਹੈ, ਹੌਲੀ ਹੌਲੀ ਇਹ ਲੱਥ ਜਾਣਾ ਕਰਦੀ ਹੈ। ਪਰ ਇਹ ਕਿਰਪਾ ਕਰਕੇ ਸਤਿਗੁਰੂ ਆਪ ਜੀ ਬਖਸ਼ਿਸ਼ ਕਰਦਾ ਹੈ। ਪਾਰ ਬ੍ਰਹਮ ਕਰੈ ਪ੍ਰਿਤਪਾਲਾ,
ਸਦ ਜੀ ਸੰਗ ਰਖਵਾਲਾ। ਹੁਣ ਪੂਰਾ ਪਾਰ ਬ੍ਰਹਮ ਹੈ ਜਿਹੜਾ, ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਪ੍ਰਤਪਾਲਣਾ ਕਰਦਾ ਸਾਰੇ ਜੀਵਾਂ ਦੀ। ਸਭਨਾਂ ਨੂੰ ਸੰਸਾਰ ਦੇ ਵਿੱਚ ਉਪਾ ਕਰਕੇ ਉਹਨਾਂ ਦਾ ਰਿਜ਼ਕ ਦੇਣਾ, ਉਹਨਾਂ ਨੂੰ ਸਵਾਸ ਦੇਣੇ, ਉਹਨਾਂ ਦੀ ਪ੍ਰਤਪਾਲਣਾ ਕਰਨ ਦਾ ਜਿੰਮਾ ਉਸ ਪਾਰ ਬ੍ਰਹਮ ਦਾ ਹੈ। ਸਾਧ ਜੀ ਸੰਗ ਰਖਵਾਲਾ, ਫਿਰ ਉਹ ਸਾਰੇ ਜੀਆਂ ਦੇ ਸਦਾ ਵਾਸਤੇ ਅੰਗ ਸੰਗ ਹੋ ਕਰਕੇ ਉਹਨਾਂ ਦੀ ਰਖਵਾਲੀ ਕਰਦਾ ਹੈ। ਹਰ ਦਿਨ ਰੈਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਹਰ ਰੋਜ਼ ਜਿਹੜਾ ਦਿਨ ਕਰਕੇ ਰਾਤ ਕਰਕੇ ਉਸ ਕਰਤੇ ਪੁਰਖ ਦੀ ਕੀਰਤੀ ਦਾ ਗਾਇਨ ਕਰ। ਸਾਹਿਬ ਜੀ ਨੇ ਤਾਂ ਇੱਥੋਂ ਤੱਕ ਸਮਝਾਉਣਾ ਕੀਤਾ, ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣ। ਰਾਤ ਹੈ ਦਿਨ ਹੈ ਅੰਮ੍ਰਿਤ ਵੇਲੇ ਦਾ ਸਮਾਂ ਹੈ, ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ। ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ। ਭਗਤ ਜਨਾ ਕੈ ਸੰਗ ਪਾਪ ਗਵਾਵਣਾ, ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ। ਤੇ ਬਸ ਹੁਣ ਤੂੰ ਇਉਂ ਕਰ, ਹਰ ਦਿਨ ਹਰ ਰਾਤ ਉਸ ਕਰਤੇ ਪੁਰਖ ਦੀ ਕੀਰਤੀ ਨੂੰ ਗਾਇਨ ਕਰ, ਤੇ ਮਿਲੇਗਾ ਕੀ? ਬਹੁੜ ਨਾ ਜੋਨੀ ਪਾਈਐ। ਫਿਰ ਜਿਹੜਾ ਆ ਜਨਮ ਮਰਨ ਦਾ ਚੱਕਰ ਹੈ, ਸੰਸਾਰ ਦੇ ਵਿੱਚ ਆਉਣ ਜਾਣ ਦਾ ਜਿਹੜਾ ਆ ਖੇਡ ਬਣਿਆ ਹੋਇਆ ਹੈ, ਇਹ ਤੋਂ ਜਿਹੜਾ ਤੂੰ ਮੁਕਤ ਹੋ ਜਾਵੇਂਗਾ। ਦੁਬਾਰਾ ਤੈਨੂੰ ਆ ਜੋਨੀਆਂ ਦੇ ਜਿਹੜਾ ਚੱਕਰ ਦੇ ਵਿੱਚ ਆਉਣਾ ਨਹੀਂ ਪਵੇਗਾ। ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿਨਹੀ ਜਾਤਾ। ਹੁਣ ਜਿਨ੍ਹਾਂ ਨੂੰ ਇਸ ਜਿਹੜਾ ਰਸ ਜਿਸ ਦੇਵਾ ਪੁਰਖ ਵਿਧਾਤਾ, ਜਿਨ੍ਹਾਂ ਨੂੰ ਉਸ ਵਿਧਾਤੇ ਨੇ ਉਸ ਕਰਤੇ ਪੁਰਖ ਨੇ ਇਹ ਸਭ ਕੁਝ ਦੇਣਾ ਕੀਤਾ ਹੈ, ਨਾਮ ਦੇਣਾ ਕੀਤਾ ਹੈ। ਹਰ ਰਸ ਤਿਨਹੀ ਜਾਤਾ, ਬਸ ਉਹੀ ਇਸ ਨਾਮ ਦੇ ਸਵਾਦ ਨੂੰ ਜਾਣਦੇ ਨੇ। ਨਹੀਂ ਹਰੇਕ ਬੰਦਾ ਇਸ ਨਾਮ ਦੇ ਰਸ ਨੂੰ ਨਹੀਂ ਚੱਖ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਹੁਣ ਗੂੰਗੇ ਨੇ ਜੇਕਰ ਗੁੜ ਖਾਧਾ ਹੋਵੇ ਤਾਂ ਉਹਦਾ ਸਵਾਦ ਉਹ ਗੂੰਗਾ ਜਿਹੜਾ ਬੋਲ ਕੇ ਨਹੀਂ ਦੱਸ ਸਕਦਾ, ਕਿਉਂਕਿ ਜੇਵਾ ਉਹਦੀ ਹੈ ਨਹੀਂ। ਹੱਥ ਤਾਂ ਕਰਕੇ ਹੋਰ ਆਪਣੀ ਮਨ ਦੀ ਭਾਵਨਾ ਪ੍ਰਗਟ ਕਰਕੇ ਤਾਂ ਦੱਸ ਸਕਦਾ। ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਇਸੇ ਤਰ੍ਹਾਂ ਜਿਵੇਂ ਗੂੰਗਾ ਆਪਣੀ ਮਠਿਆਈ ਖਾਧੀ ਦਾ, ਗੁੜ ਖਾਧੇ ਦਾ ਜਿਹੜਾ ਰਸ ਹੈ ਉਹ ਦੱਸ ਨਹੀਂ ਸਕਦਾ, ਬਸ ਇਸੇ ਤਰ੍ਹਾਂ ਜਿਹੜਾ ਨਾਮ ਦਾ ਰਸ ਹੈ, ਜਿਨ੍ਹਾਂ ਨੇ ਪਾਉਣਾ ਕੀਤਾ ਹੈ, ਜਿਨ੍ਹਾਂ ਨੂੰ ਸਵਾਦ ਆਇਆ ਹੈ, ਉਹੀ ਦੱਸ ਸਕਦੇ ਨੇ। ਹੋਰ ਜਿਹੜਾ ਇਸ ਰਸ ਦੇ ਬਾਰੇ ਕੁਝ ਆਪਣਾ ਆਪ ਨੂੰ ਬਿਆਨ ਨਹੀਂ ਕਰ ਸਕਦਾ। ਜਿਸ ਦੇਵ ਹੈ ਪੁਰਖ ਵਿਧਾਤਾ, ਜਿਨ੍ਹਾਂ ਨੂੰ ਉਹ ਵਿਧਾਤੇ ਪੁਰਖ ਨੇ ਦੇਣਾ ਕੀਤਾ ਹੈ। ਹਰ ਰਸ ਤਿਨਹੀ ਜਾਤਾ, ਹਰੀ ਦੇ ਰਸ, ਹਰੀ ਦੇ ਨਾਮ ਦਾ ਸਵਾਦ ਹੈ ਜਿਹੜਾ ਉਹ ਉਹਨਾਂ ਨੇ ਜਾਣਨਾ ਕੀਤਾ ਹੈ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਹੁਣ ਨਾਮ ਰਸ ਦੇ ਸਦਕਾ ਸਾਹਿਬ ਜੀ ਕਹਿੰਦੇ ਨੇ ਜਮ ਕੰਕਰ ਨੇੜ ਨਾ ਆਇਆ। ਜਿਹੜੇ ਜਮ ਨੇ, ਜਮਾਂ ਦੇ ਜਮਦੂਤ ਨੇ, ਇਹ ਜੀਵ ਦੇ ਨੇੜੇ ਕਦੇ ਢੁੱਕ ਨਹੀਂ ਸਕਦੇ। ਸੁਖ ਨਾਨਕ ਸਰਣੀ ਪਾਇਆ, ਤੇ ਫਿਰ ਜਿਹੜਾ ਸਭਨਾ ਤਰ੍ਹਾਂ ਦੇ ਸੁੱਖ ਨੇ ਉਹ ਗੁਰੂ ਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਜਿਹੜਾ ਗੁਰੂ ਕੇ ਸਿੱਖ ਨੂੰ ਪ੍ਰਾਪਤੀ ਹੋ ਜਾਇਆ ਕਰਦੀ ਹੈ। ਆ ਦੁਨਿਆਵੀ ਬੰਧਨ ਜਾਂ ਹੋਰ ਅਨੇਕਾਂ ਤਰ੍ਹਾਂ ਦਾ ਕੋਈ ਵੀ ਜਿਹੜਾ ਵਿਕਾਰ ਹੈ, ਫਿਰ ਉਹਦੇ ਨੇੜੇ ਨਹੀਂ ਆ ਸਕਦਾ। ਬਸ ਉਹਨਾਂ ਦੇ ਨੇੜੇ ਨਹੀਂ ਆਉਂਦਾ ਜਿਸ ਦੇਵ ਹੈ ਪੁਰਖ ਵਿਧਾਤਾ, ਹਰ ਰਸ ਤਿਨਹੀ ਜਾਤਾ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਹਿਲੀਆਂ ਪੰਕਤੀਆਂ ਵਿੱਚ ਸਮਝਾਉਣਾ ਕੀਤਾ, ਗੁਰਪੂਰੈ ਚਰਨੀ ਲਾਇਆ। ਜਿਨ੍ਹਾਂ ਨੂੰ ਆਪਣੇ ਚਰਨਾਂ ਦੇ ਨਾਲ ਲਾਇਆ ਹੈ, ਹਰ ਸੰਗ ਸਹਾਈ ਪਾਇਆ, ਉਹਨਾਂ ਨੇ ਬਸ ਉਸ ਪੂਰੇ ਸਤਿਗੁਰੂ ਨੂੰ ਅੰਗ ਸੰਗ ਸਹਾਈ ਪਾਇਆ ਹੈ। ਤੇ ਇਸ ਨਾਮ ਦੇ ਰਸ ਨੂੰ ਜਿਨ੍ਹਾਂ ਨੇ ਚਖਿਆ ਤੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰੋਂ ਘਰੋਂ ਦੇਖਿਆ ਜਾਵੇ ਤਾਂ ਉਹ ਫਿਰ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਵ ਪਰਉਪਕਾਰੀ। ਐਸੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫਿਰ ਨਾਮ ਰਸ ਭਗਤੀ ਔਰ ਸ਼ਕਤੀ ਦਾ ਸੁਮੇਲ ਕਰਕੇ ਦਿਖਾਇਆ।
ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਤੇ ਫਿਰ ਜਿਹੜਾ ਮੁਗਲ ਦਲ ਦੇ ਤਾਂ ਜਿਹੜਾ ਬੈਰੀਆਂ ਦੇ ਦੰਦ ਖੱਟੇ ਕਰਕੇ ਦਿਖਾ ਦਿੱਤੇ। 4 ਵਾਰੀ ਜੰਗ ਹੋਈ, ਪਾਉਣਾ ਕੀਤਾ ਹੈ। आओ ऐसे दयालु और कृपालु सतगुरु गुरु हरगोबिंद साहिब जी महाराज जी दे प्रकाश पुरब दियां सर्वत संगतां नूं लखां 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 ਵਧਾਈਆਂ। आओ सारे गुरु चरनां विच सतगुरु गुरु हरगोबिंद साहिब जी महाराज जी दे जस दा गायन करदियां होया सारे गुरु चरनां विच पंक्तियां पढ़ के समाप्ति करिए जी। पंज प्याले पंज पीर पंज प्याले पंज पीर पंज प्याले पंज पीर पंज प्याले पंज पीर। छठम पीर बैठा गुर भारी छठम पीर बैठा गुर भारी पीर बैठा गुर पारी छठम पीर पीर बैठा गुर पारी छठम पीर बैठा गुर पारी पीर बैठा गुर पारी छठम पीर बैठा गुर पारी। अर्जन काया पलट कै अर्जन काया पलट कै अर्जन काया पलट के अर्जन काया पलट के। मूरत हर गोबिंद सवारी मूरत हर गोबिंद सवारी हर गोबिंद मूरत गोविंद सवारी। पंज प्याले पंज पीर पंज प्याले पंज पीर पंज प्याले पंज पीर पंज प्याले पंज पीर। छठम पीर बैठा गुर भारी छठम पीर बैठा गुर भारी पीर बैठा गुर पारी छठम पीर बैठा गुर भारी। आओ ऐसे दयालु और कृपालु सतगुरु जी दे प्रकाश पुरब दियां लखां लखां ਵਧਾਈਆਂ। गुर शब्द ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਔਰ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਸਾਰੇ ਰਲ ਮਿਲ ਕੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸਾਰੇ ਪੜ੍ਹ ਸੁਣ ਕੇ ਸਮਾਪਤੀ ਕਰੀਏ ਜੀ। ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।